ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ, ਮੈਂ ਤੁਹਾਡਾ ਸਭ ਦਾ ਆਪਣੇ YouTube ਚੈਨਲ ਤੇ ਬਹੁਤ-ਬਹੁਤ ਸਵਾਗਤ ਕਰਦਾ ਹਾਂ। ਅਸੀਂ ਅੱਜ ਦੀ ਇਸ ਵੀਡੀਓ ਦੇ ਵਿੱਚ ਸਰਕਟ ਬ੍ਰੇਕਰ ਦੇ ਬਾਰੇ ਡਿਸਕਸ ਕਰਾਂਗੇ ਔਰ ਇਸ ਦੇ ਨਾਲ ਸਵਿਚ, ਆਈਸੋਲੇਟਰ ਤੇ ਸਰਕਟ ਬ੍ਰੇਕਰ ਦੇ ਵਿੱਚ ਕੀ ਫ਼ਰਕ ਹੈ। ਜਦੋਂ ਪੇਪਰ 'ਚ ਕੁਐਸਚਨ ਆਉਂਦਾ ਤੇ ਅਸੀਂ ਕਨਫਿਊਜ਼ ਹੋ ਜਾਂਦੇ ਹਾਂ ਸਵਿਚ ਤੇ ਆਈਸੋਲੇਟਰ ਤੇ ਸਰਕਟ ਬ੍ਰੇਕਰ। ਫਿਰ ਅਸੀਂ ਸਰਕਟ ਬ੍ਰੇਕਰ ਦੀ ਟਾਈਪਸ ਵੀ ਡਿਸਕਸ ਕਰਾਂਗੇ। ਮੇਨ ਪੁਆਇੰਟ ਡਿਸਕਸ ਕਰਾਂਗੇ ਪੁਆਇੰਟ ਆਫ ਐਗਜ਼ਾਮ ਦੇ ਅਕੋਰਡਿੰਗ। ਸਭ ਤੋਂ ਪਹਿਲਾਂ ਇਸ ਦੇ ਵਿੱਚ ਦੱਸਿਆ ਗਿਆ ਹੈ ਕਿ ਸਵਿਚ ਕੀ ਚੀਜ਼ ਹੈ। ਸਵਿਚ ਦ ਪਰਪਸ ਆਫ ਸਵਿਚ ਅਸੀਂ ਯੂਜ਼ ਕਰਦੇ ਹਾਂ ਮੇਕ ਔਰ ਬ੍ਰੇਕ ਦਾ ਇਲੈਕਟ੍ਰਿਕ ਸਰਕਟ ਨੂੰ ਮੇਕ ਬਣਾਉਣ ਵਾਸਤੇ ਔਰ ਤੋੜਨ ਵਾਸਤੇ ਅਸੀਂ ਸਵਿਚ ਯੂਜ਼ ਕਰਨੇ ਆ। ਇਹ ਅਸੀਂ ਯੂਜ਼ ਕਰਦੇ ਹਾਂ ਅੰਡਰ ਫੁੱਲ ਲੋਡ ਤੇ ਨੋ ਲੋਡ ਦੀ ਕੰਡੀਸ਼ਨ 'ਚ, ਚਾਹੇ ਫੁੱਲ ਲੋਡ ਹੈ ਚਾਹੇ ਨੋ ਲੋਡ ਹੈ, ਉਦੋਂ ਅਸੀਂ ਆਪਰੇਟ ਕਰਦੇ ਹਾਂ, ਇਹਨੂੰ ਅਸੀਂ ਯੂਜ਼ ਕਰਦੇ ਹਾਂ। ਬਟ ਇਟ ਕੈਨ ਨੋਟ ਬੀ ਆਪਰੇਟਡ ਅੰਡਰ ਦਾ ਫਾਲਟ ਕੰਡੀਸ਼ਨ। ਸਵਿਚ ਜਿਹੜਾ ਫਾਲਟ ਕੰਡੀਸ਼ਨ ਦੇ ਵਿੱਚ ਅਸੀਂ ਇਹਨੂੰ ਯੂਜ਼ ਨਹੀਂ ਕਰ ਸਕਦੇ ਔਰ ਮੋਸਟਲੀ ਇਹ ਮੈਨੂਅਲੀ ਆਪਰੇਟਡ ਹੁੰਦਾ ਸਵਿਚ। ਉਸ ਤੋਂ ਬਾਅਦ ਦੂਸਰੀ ਗੱਲ ਆ ਜਾਂਦੀ ਸਾਡੇ ਕੋਲ ਜੀ ਆਈਸੋਲੇਟਰ। ਆਈਸੋਲੇਟਰ ਵੀ ਇੱਕ ਤਰ੍ਹਾਂ ਦਾ ਸਵਿਚ ਹੀ ਹੈ ਜਿਹੜਾ ਕਿ ਸਰਕਟ ਨੂੰ ਬ੍ਰੇਕ ਕਰਨ ਦੇ ਲਈ ਅਸੀਂ ਯੂਜ਼ ਕਰਦੇ ਹਾਂ ਔਰ ਇਹ ਉਦੋਂ ਆਪਰੇਟ ਹੁੰਦਾ ਹੈ ਨੋ ਲੋਡ ਕੰਡੀਸ਼ਨ 'ਚ, ਜਦੋਂ ਸਾਡੇ ਕੋਲ ਲਾਈਨ ਦੇ ਨੋ ਲੋਡ ਹੋਵੇ, ਯਾਨੀ ਕਿ ਕੋਈ ਵੀ ਲੋਡ ਨਾ ਹੋਵੇ, ਫਿਰ ਅਸੀਂ ਇਹਨੂੰ ਯੂਜ਼ ਕਰਦੇ ਹਾਂ। ਇਹ ਯਾਦ ਰੱਖਣਾ, ਆਈਸੋਲੇਟਰ ਹਮੇਸ਼ਾ ਆਪਰੇਟਡ ਔਨ ਨੋ ਲੋਡ। ਇਹ ਨੋ ਲੋਡ ਦੇ ਯੂਜ਼ ਕੀਤਾ ਜਾਂਦਾ ਹੈ ਔਰ ਇਹ ਮੇਨਲੀ ਜਿਹੜਾ ਇੰਸਟਾਲ ਕੀਤਾ ਜਾਂਦਾ ਹੈ ਆਈਸੋਲੇਟ ਅ ਪੋਰਸ਼ਨ ਆਫ ਦਾ ਸਰਕਟ ਦਾ ਜਿਹੜਾ ਪੋਰਸ਼ਨ ਹੈ ਉਹਨੂੰ ਆਈਸੋਲੇਟ ਯਾਨੀ ਕਿ ਅਲੱਗ ਕਰਨ ਦੇ ਵਾਸਤੇ ਇਹਨੂੰ ਅਸੀਂ ਯੂਜ਼ ਕਰਦੇ ਹਾਂ। ਔਰ ਮੋਸਟਲੀ ਜਿਹੜਾ ਆਈਸੋਲੇਟਰ ਹੈ ਉਹ ਅਸੀਂ ਯੂਜ਼ ਕਰਦੇ ਹਾਂ ਸਰਕਟ ਬ੍ਰੇਕਰ ਦੀ ਬਹੁਤ ਸਾਈਡ ਸੇ। ਸਰਕਟ ਬ੍ਰੇਕਰ ਮੰਨ ਲਓ ਇਹ ਸਾਡੇ ਕੋਲ ਸਰਕਟ ਬ੍ਰੇਕਰ ਹੈ ਔਰ ਸਰਕਟ ਬ੍ਰੇਕਰ ਦੀ ਦੋਨੋਂ ਸਾਈਡਾਂ ਦੇ ਅਸੀਂ ਜਿਹੜਾ ਆਈਸੋਲੇਟਰ ਜਿਹੜਾ ਯੂਜ਼ ਕਰਾਂਗੇ। ਆਈਸੋਲੇਟਰ ਨੇ ਕੀ ਕਰਨਾ ਹੈ, ਸਰਕਟ ਨੂੰ ਇਹਨਾਂ ਨੇ ਕੀ ਕਰਨਾ, ਇਹਨੂੰ ਬ੍ਰੇਕ ਕਰ ਦੇਣਾ ਹੈ। ਲੇਕਿਨ ਆਈਸੋਲੇਟਰ ਕਦੋਂ ਯੂਜ਼ ਕਰਦੇ ਹੈ, ਨੋ ਲੋਡ ਕੰਡੀਸ਼ਨ 'ਚ। ਜਦੋਂ ਵੀ ਨੋ ਲੋਡ ਹੋਏਗਾ ਉਦੋਂ ਅਸੀਂ ਯੂਜ਼ ਕਰਦੇ ਹਾਂ। ਜਿਵੇਂ ਤੁਸੀਂ ਟਰਾਂਸਫਾਰਮਰ ਦੇ ਵਿੱਚ ਵੀ ਦੇਖ ਸਕਦੇ, ਜਦੋਂ ਅਸੀਂ ਜਿਹੜਾ ਪੋਲ ਮਾਊਂਟਡ ਸਬਸਟੇਸ਼ਨ ਹੁੰਦਾ ਹੈ, ਟਰਾਂਸਫਾਰਮਰ ਹੁੰਦਾ ਹੈ, ਔਰ ਜਦੋਂ ਅਸੀਂ ਉਸ ਦੀ ਰਿਪੇਅਰ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਲਾਈਨ ਪਿੱਛੋਂ ਬੰਦ ਕੀਤੀ ਜਾਂਦੀ ਹੈ। ਉਸ ਤੋਂ ਬਾਅਦ ਉਹਦਾ ਜਿਹੜਾ ਆਈਸੋਲੇਟਰ ਨੂੰ, ਜਦੋਂ ਉਸ ਦੇ ਉੱਪਰ ਨੋ ਲੋਡ ਹੁੰਦਾ ਹੈ ਤਾਂ ਅਸੀਂ ਆਈਸੋਲੇਟਰ ਨੂੰ ਡਿਸਕਨੈਕਟ ਕਰਦੇ ਹਾਂ। ਤੁਸੀਂ ਦੇਖ ਸਕਦੇ ਹੋ ਆਈਸੋਲੇਟਰ ਲਿੰਕ ਟਰਾਂਸਫਾਰਮਰ ਦੇ ਲਾਗੇ ਉੱਪਰ ਲੱਗਿਆ ਹੁੰਦਾ। ਜਦੋਂ ਅਸੀਂ ਇਸ ਦਾ ਰਿਪੇਅਰ ਕਰਨਾ ਹੁੰਦਾ ਤਾਂ ਸਭ ਤੋਂ ਪਹਿਲਾਂ ਇਹਨੂੰ ਆਈਸੋਲੇਟਿੰਗ ਲਿੰਕ ਤੋਂ ਇਹਨੂੰ ਅਸੀਂ ਅਲੱਗ ਕਰਦੇ ਹਾਂ। ਸਭ ਤੋਂ ਪਹਿਲਾਂ ਪਿੱਛੋਂ ਲਾਈਨ ਜਿਹੜੀ ਹੈ ਬੰਦ ਕੀਤੀ ਜਾਂਦੀ ਹੈ ਔਰ ਇਹ ਪੋਲ ਮਾਊਂਟਡ ਸਬਸਟੇਸ਼ਨ ਹੈ। ਇਹ ਤੁਸੀਂ ਦੇਖ ਸਕਦੇ ਹੋ, ਇਸ ਦੇ ਵਿੱਚ ਇਹ ਲਾਈਟਨਿੰਗ ਅਰੈਸਟਰ ਹੈ ਔਰ ਇਹ ਟਰਾਂਸਫਾਰਮਰ ਦਾ ਬੈੱਡ ਹੈ। ਇਹ ਇਸ ਦੇ ਸਵਿਚ ਆ ਗਏ ਔਰ ਇਸ ਦੇ ਦੋਨਾਂ ਪੋਲਾਂ ਦੇ ਵਿੱਚ ਜੋ ਗੈਪ ਹੈ ਉਹ 18 ਮੀਟਰ ਦਾ ਹੁੰਦਾ ਹੈ। ਇਸ ਦੀ ਜਿਹੜੀ ਲੈਂਥ ਹੈ ਬੈੱਡ ਤੱਕ ਹੁੰਦੀ ਹੈ 3.75 ਮੀਟਰ ਦੀ। ਸਵਿਚ ਫਾਰ ਦਾ ਸਟਰੀਟ ਲਾਈਟਿੰਗ ਵਾਸਤੇ ਇੱਥੇ ਅਸੀਂ ਯੂਜ਼ ਕਰਦੇ ਹਾਂ। ਔਰ ਇਹ ਚੈਨਲ ਆ ਗਏ, ਇਹ ਆ ਗਿਆ ਸਾਡੇ ਕੋਲ ਜੀਓ ਸਵਿਚ, ਜਿਹਨੂੰ ਅਸੀਂ ਕਹਿੰਦੇ ਹਾਂ ਗੈਂਗ ਆਪਰੇਟਿੰਗ ਸਵਿਚ। ਇਹ ਤੁਸੀਂ ਦੇਖ ਸਕਦੇ ਹੋ ਗੈਂਗ ਆਪਰੇਟਿੰਗ ਸਵਿਚ। ਇਸ ਤੋਂ ਅਸੀਂ ਲਾਈਨ ਨੂੰ ਕੀ ਕਰਦੇ ਹਾਂ, ਆਈਸੋਲੇਟ ਕਰਦੇ ਹਾਂ। ਇਸ ਦੇ ਨਾਲ ਹੀ ਕੀ ਜਿਹੜੀ ਸਾਡੀ ਲਾਈਨ ਹੈ ਆਈਸੋਲੇਟ ਹੁੰਦੀ ਹੈ। ਹੁਣ ਉਸ ਤੋਂ ਬਾਅਦ ਆ ਗਿਆ ਜੀ ਸਰਕਟ ਬ੍ਰੇਕਰ। ਤੋ ਜਿਹੜਾ ਸਰਕਟ ਬ੍ਰੇਕਰ ਹੈ ਇਹ ਵੀ ਇੱਕ ਸਵਿਚ ਦੀ ਤਰ੍ਹਾਂ ਇਹਨੂੰ ਯੂਜ਼ ਕਰਦੇ ਹਾਂ, ਪਰ ਸਰਕਟ ਬ੍ਰੇਕਰ ਜਿਹੜਾ ਨੋ ਲੋਡ, ਫੁੱਲ ਲੋਡ ਤੇ ਫਾਲਟ ਕੰਡੀਸ਼ਨ ਦੇ ਵਿੱਚ ਇਹਨੂੰ ਮੈਨੂਅਲੀ ਤੇ ਆਟੋਮੈਟਿਕਲੀ ਜਿਹੜਾ ਇਹਨੂੰ ਯੂਜ਼ ਕਰ ਸਕਦੇ ਹਾਂ। ਠੀਕ ਹੈ ਜੀ। ਸਰਕਟ ਬ੍ਰੇਕਰ ਨੂੰ ਅਸੀਂ ਯੂਜ਼ ਕਰ ਸਕਦੇ ਹਾਂ ਨੋ ਲੋਡ ਦੇ ਵੀ ਯੂਜ਼ ਕਰ ਸਕਦੇ ਹਾਂ, ਫੁੱਲ ਲੋਡ ਦੇ ਵੀ ਯੂਜ਼ ਕਰ ਸਕਦੇ ਹਾਂ ਔਰ ਫਾਲਟ ਕੰਡੀਸ਼ਨ 'ਤੇ ਵੀ ਯੂਜ਼ ਕਰ ਸਕਦੇ ਹਾਂ। ਇਹ ਮੈਨੂਅਲੀ ਵੀ ਕੰਮ ਕਰਦਾ ਹੈ ਅਤੇ ਆਟੋਮੈਟਿਕ ਵੀ ਕੰਮ ਕਰਦਾ ਹੈ। ਠੀਕ ਹੈ ਜੀ। ਮੈਨੂਅਲੀ ਇਹ ਕੰਮ ਕਰਦਾ ਜਦੋਂ ਨਾਰਮਲ ਕੰਡੀਸ਼ਨ ਹੁੰਦੀ ਹੈ। ਨਾਰਮਲ ਕੰਡੀਸ਼ਨ ਦੇ ਵਿੱਚ ਇਹਨੂੰ ਅਸੀਂ ਮੈਨੂਅਲੀ ਯੂਜ਼ ਕਰਦੇ ਹਾਂ
कोई लाइन की रिपेयर करनी है तो इनू असीं मैनुअली बंद करते हैं। अगर लाइन दे विच अचानक कोई फॉल्ट पैंदा है तो ये इसनू आटोमैटिकली जिहड़ा ट्रिप भी कर दिंदा है, जिन्हों असीं कहने एबनॉर्मल कंडीशन। और जिहड़ा सर्किट ब्रेकर तुसीं याद रखना है कि सर्किट ब्रेकर नॉर्मल ते एबनॉर्मल कंडीशन दोनों दे विच काम करता है, और आइसोलेटर केवल नॉर्मल कंडीशन दे विच ही काम करता है, एबनॉर्मल कंडीशन दे विच काम नहीं करता। तो ये तुसीं पॉइंट याद रखना है। उस तो बाद आ गया जी सर्किट ब्रेकर की अगर असीं टाइप्स की गल करते हैं तो सब तो पहला आ जाता साडे कोल ऑयल सर्किट ब्रेकर। तो ये मैक्सिमम असीं हाई वोल्टेज वास्ते जड़ा यूज़ करते हैं ऑयल सर्किट ब्रेकर। ये मैक्सिमम 66 kV वास्ते असीं यूज़ कर लैने ऑयल सर्किट ब्रेकर। और उस तो बाद इसकी जी टाइप आ जाती है, एक टाइप आ जाती है बल्क ऑयल सर्किट ब्रेकर। तो ये तुसीं इसकी डायग्राम देख सकते हो। उस तो बाद नाल आ गया मिनीमम ऑयल सर्किट। इस दे विच जिहड़े स्विच के जिहड़े कॉन्टैक्ट हुंदे है वो सारे ही ऑयल दे विच इमरिज्ड कीते हुंदे है, डुबोए दे हुंदे है, ताकि जदों भी असीं इनू अलग करते हैं तो उस दे विच आर्क जिहड़ी है प्रोड्यूस होंदी है। और जदों आर्क प्रोड्यूस होंदी है तो आर्क प्रोड्यूस होने नाल की हुंदा है, वो जिहड़ा ऑयल है वो वैपोराइज्ड हो जाता है। और वैपोराइज्ड होने नाल की हुंदा गैस जनरेट होंदी है, और गैस जनरेट दे नाल एक प्रैशर क्रिएट होंदा है, जिहड़ा सराउंडिंग उहदे आले दुआले जिहड़ा ऑयल होंदा है उसदे एक प्रैशर क्रिएट होंदा है। और वो जिहड़ा प्रैशर है वो उन्होंने जिहड़ी आर्क प्रोड्यूस होंदी है उस वेले उन्होंने कंट्रोल करता है, जिहदे कारण उहदे जिहड़ा फ्रैश ऑयल जां जिहड़ा ठंडा ऑयल होंदा है उहदी जिहड़ी मूवमेंट होंदी है क्रॉस द पाथ ऑफ द आर्क। जिथे आर्क प्रोड्यूस होंदी है उत्थे जिहड़ी ऑयल दी फ्रैश ऑयल दी जिहड़ी मूवमेंट होंदी है। इस तरह ये काम करता है। और बेसिकली तुसीं इसकी जो कंस्ट्रक्शन तो तुहानूं आनी नहीं है, सिर्फ इसकी डायग्राम तो कई बार क्वेश्चन पूछा जाता है कि ये जिहड़ी डायग्राम है किस सर्किट ब्रेकर दी है, किहड़ा सर्किट ब्रेकर जिहड़ा यूज़ किया गया है। ये तुसीं देख सकते हो ऑयल सर्किट ब्रेकर जिहड़ा यूज़ किया गया है। उस तो बाद सैकेंड आ जाता साडे कोल जी एयर ब्लास्ट सर्किट ब्रेकर। एयर ब्लास्ट सर्किट ब्रेकर इनू असी यूज़ करते हैं 132 kV तो लैके अप टू 4000 kV तक इनू असी यूज़ कर सकते हैं। एयर ब्लास्ट सर्किट ब्रेकर इस दे विच एयर का जिहड़ा ब्लास्ट किया जाता है। और इस दियां भी अगे दो टाइप्स हैं। एक टाइप तुसीं यह देख सकते हो जिहड़ी है एयर ब्लास्ट सर्किट ब्रेकर, जिस दे विच एयर जिहड़ी है ब्लास्ट की जाती है, एयर नू प्रैशर के राही दिता जाता है ताकि जिहड़ी जदों असीं कॉन्टैक्ट अलग होंदे है तो उस आर्क नू जिहड़ा कंट्रोल किया जावे। उस तो बाद इसकी जो दूसरी टाइप है वो आ जाती है जी एक्सीयल ब्लास्ट एयर सर्किट ब्रेकर। ये जो डायग्राम है ALM का जो एग्जाम होया सी उस दे विच भी आया सी। एक्सीयल ब्लास्ट एयर सर्किट ब्रेकर तो यह देख सकते हो इस दे विच एक फिक्सड कॉन्टैक्ट है तो एक जिहड़ा इस दे विच जिहड़ा मूवेबल कॉन्टैक्ट है। ठीक है जी, एक फिक्सड है तो एक मूवेबल कॉन्टैक्ट है। जो तुसीं देखते हो मूविंग कॉन्टैक्ट तो एक फिक्सड कॉन्टैक्ट है। और इस दे विच जिहड़ी है एयर प्रैशर ओपनिंग होंदी है, एयर प्रैशर फॉर ओपनिंग और एयर प्रैशर फॉर क्लोजिंग। तो ये तुसीं सर्किट देख सकते हो एक्सेल ब्लास्ट एयर सर्किट ब्रेकर। उस तो बाद आ गया गैस सर्किट ब्रेकर जिन्हों असीं कहने हैं SF6। SF6 कई बार ये बारे पूछ लिया तो SF6 है कि है ये सल्फर हैक्साफ्लोराइड एक गैस सर्किट ब्रेकर है। ये गैस दे नाल जो
ਜਿਹੜੀ ਆਰਕ ਪ੍ਰੋਡਿਊਸ ਹੁੰਦੀ ਹੈ ਉਸ ਆਰਕ ਨੂੰ ਗੈਸ ਦੇ ਨਾਲ ਆਪਰੇਟ ਕਰਦੇ ਹੈ ਔਰ ਗੈਸ ਹੈ ਸਲਫਰ ਹੈਕਸਾ ਫਲੋਰਾਈਡ। ਠੀਕ ਹੈ ਜੀ, ਇਹ ਇਸ ਦੀ ਡਾਇਗਰਾਮ ਤੁਸੀਂ ਦੇਖ ਸਕਦੇ ਹੋ। ਸਲਫਰ ਹੈਕਸਾ ਫਲੋਰਾਈਡ ਗੈਸ ਸਰਕਟ ਬ੍ਰੇਕਰ। ਤੋਂ ਮੇਨ ਇਸ ਦੇ ਵਿੱਚ ਜਿਹੜੀ ਹੈ ਗੈਸ ਯੂਜ਼ ਕੀਤੀ ਜਾਂਦੀ ਹੈ ਆਰਕ ਨੂੰ ਕੰਟਰੋਲ ਕਰਨ ਵਾਸਤੇ। ਉਸ ਤੋਂ ਬਾਅਦ ਇਸ ਦੀ ਜੋ ਲਾਸਟ ਟਾਈਪ ਹੈ ਉਹ ਹੈ ਜੀ ਵੈਕਿਊਮ ਸਰਕਟ ਬ੍ਰੇਕਰ। ਇਹ ਤੁਸੀਂ ਇਸ ਦੀ ਜੋ ਡਾਇਗਰਾਮ ਦੇਖ ਸਕਦੇ ਹੋ, ਇਸ ਦੇ ਵਿੱਚ ਵੀ ਇੱਕ ਫਿਕਸਡ ਕੰਟੈਕਟ ਹੈ, ਇੱਕ ਮੂਵਿੰਗ ਕੰਟੈਕਟ ਹੈ। ਤਾਂ ਇਹ ਇਸ ਦੀ ਜੋ ਤੁਸੀਂ ਡਾਇਗਰਾਮ ਦੇਖ ਸਕਦੇ ਹੋ ਵੈਕਿਊਮ ਸਰਕਟ ਬ੍ਰੇਕਰ। ਇਹਦਾ ਜਿਹੜਾ ਵਰਕਿੰਗ ਪ੍ਰਿੰਸੀਪਲ ਹੈ ਉਹ ਇੱਕ ਵੈਕਿਊਮ 'ਤੇ ਕੰਮ ਕਰਦਾ ਹੈ ਔਰ ਵੈਕਿਊਮ ਦੇ ਨਾਲ ਜਿਹੜੀ ਅਸੀਂ ਆਰਕ ਪ੍ਰੋਡਿਊਸ ਹੁੰਦੀ ਹੈ ਜਦੋਂ ਕੰਟੈਕਟ ਓਪਨ ਹੁੰਦੇ ਹੈ ਤਾਂ ਵੈਕਿਊਮ ਦੇ ਰਾਹੀਂ ਉਹਨੂੰ ਜਿਹੜਾ ਕੰਟਰੋਲ ਕੀਤਾ ਜਾਂਦਾ ਹੈ। ਤਾਂ ਇਹ ਕੁਝ ਮੇਨ ਇਨਫੋਰਮੇਸ਼ਨ ਸੀ। ਅਗਰ ਤੁਹਾਨੂੰ ਵੀਡੀਓ ਅੱਛੀ ਲੱਗੀ ਤਾਂ ਵੀਡੀਓ ਨੂੰ ਲਾਈਕ ਔਰ ਸ਼ੇਅਰ ਜ਼ਰੂਰ ਕਰਨਾ। ਧੰਨਵਾਦ। ਜੈ ਹਿੰਦ।